ਗੁੱਡ ਮਾਰਨਿੰਗ ਡੀਅਰ ਸਟੂਡੈਂਟਸ। ਬੇਟੇ ਅੱਜ ਦਾ ਆਪਣਾ ਟੌਪਿਕ ਹੈ ਕੈਨ ਮੈਟਰ ਚੇਂਜ ਇਟਸ ਸਟੇਟਸ। ਕੀ ਮੈਟਰ ਆਪਣੀ ਸਟੇਟਸ ਚੇਂਜ ਕਰ ਸਕਦੀ ਹੈ। ਅਸੀਂ ਹੁਣ ਤੱਕ 3 ਸਟੇਜਸ ਨੇ ਜਿਹੜੀਆਂ ਪੜ੍ਹੀਆਂ ਹਨ ਮੈਟਰ ਦੀਆਂ: ਸੋਲਿਡਸ, ਲਿਕੁਇਡਸ ਐਂਡ ਗੈਸਿਸ। There are 3 states of matter: solid, liquid and gas। ਕੀ ਇਹ ਚੇਂਜ ਹੋ ਸਕਦੀਆਂ ਹਨ? ਯੈਸ, ਇਹ ਸਾਨੂੰ ਪਤਾ ਹੈ ਕਿ ਸਟੇਟਸ ਚੇਂਜ ਹੋ ਸਕਦੀਆਂ ਹਨ। ਜਿਸ ਤਰ੍ਹਾਂ ਐਗਜ਼ਾਮਪਲ ਕਾਮਨ ਹੈ, ਆਈਸ ਇਜ਼ ਦੀ ਸੋਲਿਡ ਫਾਰਮ ਆਫ ਵਾਟਰ। ਆਈਸ ਇੱਕ ਸੋਲਿਡ ਫਾਰਮ ਹੈ ਪਾਣੀ ਦੀ। ਜਦੋਂ ਉਸ ਨੂੰ ਹੀਟ ਕਰਦੇ ਹਾਂ ਤਾਂ ਉਹ ਲਿਕੁਇਡ ਬਣ ਜਾਂਦਾ ਹੈ, ਅਤੇ ਜਦੋਂ ਲਿਕੁਇਡ ਵਾਟਰ ਨੂੰ ਹੀਟ ਕਰਦੇ ਹਾਂ ਤਾਂ ਉਹ ਵਾਟਰ ਵੇਪਰਸ ਬਣ ਜਾਂਦੇ ਹਨ, ਗੈਸੀਅਸ ਦੇ ਵਿੱਚ ਕਨਵਰਟ ਹੋ ਜਾਂਦੀ ਹੈ। ਇੱਥੇ ਸਭ ਤੋਂ ਪਹਿਲਾਂ ਇਫੈਕਟ ਪੜ੍ਹਾਂਗੇ ਅਸੀਂ ਟੈਂਪਰੇਚਰ ਦਾ। ਇਫੈਕਟ ਆਫ ਚੇਂਜ ਆਫ ਟੈਂਪਰੇਚਰ। ਟੈਂਪਰੇਚਰ ਚੇਂਜ ਹੋਣ ਦੇ ਨਾਲ ਕੀ ਹੁੰਦਾ ਹੈ? ਜਦੋਂ ਸੋਲਿਡ ਨੂੰ ਹੀਟ ਕਰਦੇ ਹਾਂ ਤਾਂ ਲਿਕੁਇਡ ਬਣਦਾ ਹੈ, ਅਤੇ ਲਿਕੁਇਡ ਨੂੰ ਹੀਟ ਕਰਦੇ ਹਾਂ ਤਾਂ ਗੈਸ ਬਣਦਾ ਹੈ। ਦਿਸ ਇਜ਼ ਦੀ ਇਫੈਕਟ ਆਫ ਚੇਂਜ ਆਫ ਟੈਂਪਰੇਚਰ। ਟੈਂਪਰੇਚਰ ਚੇਂਜ ਹੋਣ ਦਾ ਇਹ ਇਫੈਕਟ ਹੈ, ਇਹ ਪ੍ਰਭਾਵ ਹੈ। ਇਸ ਦੇ ਉੱਤੇ ਅਸੀਂ 1-2 ਪੁਆਇੰਟ ਹੁਣ ਡਿਸਕਸ ਕਰਨੇ ਹਨ ਕਿ ਕਿਵੇਂ ਟੈਂਪਰੇਚਰ ਇਨਕਰੀਜ਼ ਹੋਣ ਦੇ ਨਾਲ ਸੋਲਿਡ ਤੋਂ ਲਿਕੁਇਡ ਸਟੇਟ ਬਣ ਜਾਂਦੀ ਹੈ। ਹਾਊ ਇਨਕਰੀਜ਼ ਇਨ ਟੈਂਪਰੇਚਰ ਚੇਂਜਿਸ ਦੀ ਸਬਸਟੈਂਸ ਫਰੋਮ ਸੋਲਿਡ ਟੂ ਲਿਕੁਇਡ। ਕਿਸ ਤਰ੍ਹਾਂ ਚੇਂਜ ਕਰਦਾ ਹੈ? ਔਨ ਇਨਕਰੀਜ਼ਿੰਗ ਦੀ ਟੈਂਪਰੇਚਰ ਆਫ ਸੋਲਿਡ। ਸੋਲਿਡ ਦਾ ਟੈਂਪਰੇਚਰ ਜਦੋਂ ਇਨਕਰੀਜ਼ ਕਰਦੇ ਹਾਂ, ਕਿਉਂਕਿ ਸੋਲਿਡ ਦੇ ਪਾਰਟੀਕਲਸ ਬਹੁਤ ਨੇੜੇ ਹੁੰਦੇ ਹਨ, ਇਟ ਹੈਜ਼ ਏ ਗ੍ਰੇਟ ਫੋਰਸ ਆਫ ਅਟਰੈਕਸ਼ਨ ਬਿਟਵੀਨ ਪਾਰਟੀਕਲਸ। ਜਦੋਂ ਹੀ ਅਸੀਂ ਉਸ ਨੂੰ ਗਰਮ ਕਰਦੇ ਹਾਂ, ਦੀ ਕਨੈਟਿਕ ਐਨਰਜੀ ਆਫ ਪਾਰਟੀਕਲ ਇਨਕਰੀਜ਼ਿਸ। ਕਨੈਟਿਕ ਐਨਰਜੀ ਕੱਲ੍ਹ ਪੜ੍ਹਿਆ ਸੀ ਆਪਾਂ। ਕਨੈਟਿਕ ਐਨਰਜੀ ਇਟ ਇਜ਼ ਦੀ ਐਨਰਜੀ ਪੋਜੈਸਡ ਬਾਏ ਅ ਬਾਡੀ ਡਿਊ ਟੂ ਇਟਸ ਮੋਸ਼ਨ। ਤਾਂ ਉਹਨਾਂ ਪਾਰਟੀਕਲ ਦੇ ਵਿੱਚ ਕਨੈਟਿਕ ਐਨਰਜੀ ਇਨਕਰੀਜ਼ ਹੋਣੀ ਸ਼ੁਰੂ ਹੋ ਜਾਂਦੀ ਹੈ। ਡਿਊ ਟੂ ਇਨਕਰੀਜ਼ ਇਨ ਕਨੈਟਿਕ ਐਨਰਜੀ, ਕਨੈਟਿਕ ਐਨਰਜੀ ਦੇ ਵਧਣ ਦੇ ਨਾਲ ਦੀ ਪਾਰਟੀਕਲ ਸਟਾਰਟਸ ਵਾਈਬਰੇਟਿੰਗ ਵਿਦ ਗ੍ਰੇਟ ਸਪੀਡਸ। ਜਿਹੜੇ ਉਹ ਪਾਰਟੀਕਲਸ ਨੇ, ਆਈਸ ਦੇ ਪਾਰਟੀਕਲਸ ਕਹਿ ਲਓ, ਉਹ ਵਾਈਬਰੇਟ ਕਰਨ ਲੱਗ ਜਾਂਦੇ ਹਨ। ਉਹਨਾਂ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਘੱਟ ਜਾਂਦੀ ਹੈ, ਅਤੇ ਫੋਰਸ ਆਫ ਅਟਰੈਕਸ਼ਨ ਜਦੋਂ ਘੱਟ ਜਾਂਦੀ ਹੈ ਤਾਂ ਉਹ ਲਿਕੁਇਡ ਦੇ ਵਿੱਚ ਕਨਵਰਟ ਹੋਣਾ ਸ਼ੁਰੂ ਹੋ ਜਾਂਦੇ ਹਨ। ਉਹ ਆਪਣੀ ਜਿਹੜੀ ਫਿਕਸ ਪੋਜੀਸ਼ਨ ਹੈ ਉਸ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਹਨ। ਦੀ ਪਾਰਟੀਕਲਸ ਲੀਵ ਦੇਅਰ ਫਿਕਸਡ ਪੋਜੀਸ਼ਨ ਐਂਡ ਸਟਾਰਟਸ ਮੂਵਿੰਗ ਫਰੀਲੀ। ਹੀਟ ਮਿਲਣ ਦੇ ਨਾਲ ਉਹਨਾਂ ਵਿੱਚ ਕਨੈਟਿਕ ਐਨਰਜੀ ਆ ਜਾਂਦੀ ਹੈ, ਅਤੇ ਉਹ ਵਾਈਬਰੇਟ ਕਰਨ ਲੱਗ ਜਾਂਦੇ ਹਨ, ਆਪਣੀ ਪੋਜੀਸ਼ਨ ਛੱਡਣਾ ਸ਼ੁਰੂ ਕਰ ਦਿੰਦੇ ਹਨ। ਇੱਥੇ ਇੱਕ ਹੋਰ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਜਿਹੜਾ ਉਹ ਡਿਸਕਸ ਕਰਨਾ ਹੈ। ਦੀ ਮਿਨੀਮਮ ਟੈਂਪਰੇਚਰ ਐਟ ਵਿਚ ਇਹ ਸੋਲਿਡ ਮਿਲਟਸ। ਉਹ ਮਿਨੀਮਮ ਟੈਂਪਰੇਚਰ ਜਿਹਤੇ ਸੋਲਿਡ ਮਿਲਟ ਕਰ ਜਾਂਦਾ ਹੈ ਟੂ ਬਿਕਮ ਏ ਲਿਕੁਇਡ, ਲਿਕੁਇਡ ਬਣਨ ਲਈ। ਉਹ ਟੈਂਪਰੇਚਰ ਜਿੱਥੇ ਸੋਲਿਡ ਲਿਕੁਇਡ ਬਣ ਜਾਂਦਾ ਹੈ ਐਟ ਐਟਮੋਸਫੀਅਰਿਕ ਪ੍ਰੈਸ਼ਰ। ਐਟਮੋਸਫੀਅਰਿਕ ਪ੍ਰੈਸ਼ਰ ਜੋ ਜਨਰਲ ਪ੍ਰੈਸ਼ਰ ਹੈ ਐਟਮੋਸਫੀਅਰ ਦਾ, ਉਹ ਟੈਂਪਰੇਚਰ ਦੁਬਾਰਾ ਫੇਰ ਦੀ ਮਿਨੀਮਮ ਟੈਂਪਰੇਚਰ ਐਟ ਵਿਚ ਸੋਲਿਡ ਮਿਲਟਸ ਟੂ ਬਿਕਮ ਏ ਲਿਕੁਇਡ। ਉਹ ਟੈਂਪਰੇਚਰ ਜਿੱਥੇ ਸੋਲਿਡ ਮਿਲਟ ਹੋ ਕੇ ਲਿਕੁਇਡ ਬਣ ਜਾਂਦਾ ਹੈ ਇਜ਼ ਕਾਲਡ ਇਟਸ ਮੈਲਟਿੰਗ ਪੁਆਇੰਟ। ਇਸ ਨੂੰ ਮੈਲਟਿੰਗ ਪੁਆਇੰਟ ਕਿਹਾ ਜਾਂਦਾ ਹੈ।
ਇੱਕ ਇੱਥੇ ਹੋਰ ਇੰਪੋਰਟੈਂਟ ਜਿਹੜੀ ਗੱਲ ਹੈ, ਦੀ ਪ੍ਰੋਸੈਸ ਆਫ ਮਿਲਟਿੰਗ ਦਾ ਜਿਹੜਾ ਪ੍ਰੋਸੈਸ ਹੈ, that is conversion of solid to liquid, solid ਤੋਂ liquid ਦੇ ਵਿੱਚ ਕਨਵਰਟ ਹੋਣ ਦੀ ਜਿਹੜੀ ਪ੍ਰੋਸੈਸ ਹੈ, change of solid state into liquid state is called fusion or is known as fusion। ਉਸ ਪ੍ਰੋਸੈਸ ਨੂੰ ਫਿਊਜ਼ਨ ਕਿਹਾ ਜਾਂਦਾ ਹੈ। ਇੱਥੇ ਹੀ ਰੁਕ ਕੇ ਅਸੀਂ ਅਗਲੇ ਪੇਜ 'ਤੇ ਇਸ ਨੂੰ ਸਿੱਖਣ ਲਈ ਚੱਲਾਂਗੇ। 2-3 ਪੇਜ ਅੱਗੇ ਚਲੇ ਜਾਣਾ ਹੈ, ਡਿਸਕਸ ਬਾਅਦ ਵਿੱਚ ਵੀ ਹੋਏਗਾ। ਇੱਥੇ ਇੱਕ ਚਾਰਟ ਬਣਿਆ ਹੋਇਆ ਬੇਟੇ, ਇਸ ਤੋਂ ਤੁਸੀਂ ਸਿੱਖਣਾ ਹੈ। ਜਦੋਂ ਸੋਲਿਡ ਤੋਂ ਲਿਕੁਇਡ ਬਣਦਾ ਹੈ, ਐਰੋ ਪਾਇਆ ਹੋਇਆ ਇਸ ਤਰ੍ਹਾਂ, ਇਸ ਦੇ ਉੱਪਰ ਲਿਖਿਆ ਹੈ ਫਿਊਜ਼ਨ। ਸੋਲਿਡ ਤੋਂ ਲਿਕੁਇਡ ਬਣਨ ਦੀ ਪ੍ਰੋਸੈਸ ਨੂੰ ਕਹਿੰਦੇ ਹਨ ਫਿਊਜ਼ਨ, ਅਤੇ ਲਿਕੁਇਡ ਤੋਂ ਗੈਸ ਬਣਨ ਦੀ ਪ੍ਰੋਸੈਸ ਨੂੰ ਕਹਿੰਦੇ ਹਨ ਵੈਪਰਾਈਜੇਸ਼ਨ। ਅਤੇ ਗੈਸ ਤੋਂ ਸੋਲਿਡ ਬਣਨਾ ਕਿਵੇਂ ਬਣਦੀ ਹੈ ਬਾਅਦ ਵਿੱਚ ਡਿਸਕਸ ਕਰਨਾ ਹੈ। ਇਸ ਪ੍ਰੋਸੈਸ ਨੂੰ ਕਹਿੰਦੇ ਹਨ ਸਬਲੀਮੇਸ਼ਨ। ਇਸ ਤੋਂ ਉਲਟ ਜਦੋਂ ਸੋਲਿਡ ਤੋਂ ਗੈਸ ਬਣਾਉਣੀ ਹੈ, ਉਸ ਨੂੰ ਵੀ ਕਿਹਾ ਜਾਂਦਾ ਹੈ ਸਬਲੀਮੇਸ਼ਨ। ਚਾਹੇ ਗੈਸ ਤੋਂ ਸੋਲਿਡ ਬਣਾਉਣਾ ਹੈ, ਚਾਹੇ ਸੋਲਿਡ ਤੋਂ ਗੈਸ ਬਣਾਉਣੀ ਹੈ, ਇਸ ਪ੍ਰੋਸੈਸ ਦਾ ਨਾਮ ਹੈ ਸਬਲੀਮੇਸ਼ਨ। ਜਦੋਂ ਗੈਸ ਤੋਂ ਲਿਕੁਇਡ ਬਣਦਾ ਹੈ, ਇਸ ਪ੍ਰੋਸੈਸ ਦਾ ਨਾਮ ਹੈ ਕੰਡੈਂਸੇਸ਼ਨ। ਕੰਡੈਂਸ ਤੋਂ ਬਣਿਆ ਹੈ ਕੰਡੈਂਸੇਸ਼ਨ। ਅਤੇ ਜਦੋਂ ਲਿਕੁਇਡ ਤੋਂ ਸੋਲਿਡ ਬਣਦਾ ਹੈ, ਇਸ ਪ੍ਰੋਸੈਸ ਨੂੰ ਕਿਹਾ ਜਾਂਦਾ ਹੈ ਸੋਲਿਡੀਫਿਕੇਸ਼ਨ। ਦਿਸ ਇਜ਼ ਕਾਲਡ ਸੋਲਿਡੀਫਿਕੇਸ਼ਨ। ਇਹ ਤੁਸੀਂ ਜਿਹੜੇ 6 ਨਾਮ ਹਨ ਇਹ ਯਾਦ ਕਰਨੇ ਹਨ। ਸੋਲਿਡ ਟੂ ਲਿਕੁਇਡ ਪ੍ਰੋਸੈਸ ਨੂੰ ਕੀ ਕਹਿੰਦੇ ਹਨ? ਸੋਲਿਡ ਤੋਂ ਲਿਕੁਇਡ ਬਣਨਾ ਫਿਊਜ਼ਨ, ਲਿਕੁਇਡ ਤੋਂ ਗੈਸ ਬਣਨਾ ਵੈਪਰਾਈਜੇਸ਼ਨ, ਗੈਸ ਤੋਂ ਸੋਲਿਡ ਬਣਨਾ ਸੋਲਿਡੀਫਿਕੇਸ਼ਨ। ਹੁਣ ਉਲਟ ਸੋਲਿਡ ਤੋਂ ਗੈਸ ਬਣਨਾ ਗੈਸ ਤੋਂ ਸੋਲਿਡ ਬਣਨਾ ਸਬਲੀਮੇਸ਼ਨ, ਅਤੇ ਸੋਲਿਡ ਤੋਂ ਗੈਸ ਬਣਨਾ ਫਿਰ ਉਸ ਪ੍ਰੋਸੈਸ ਦਾ ਨਾਮ ਹੈ ਸਬਲੀਮੇਸ਼ਨ। ਅਤੇ ਗੈਸ ਤੋਂ ਲਿਕੁਇਡ ਬਣਨਾ ਕੰਡੈਂਸੇਸ਼ਨ, ਲਿਕੁਇਡ ਤੋਂ ਗੈਸ ਬਣਨਾ ਲਿਕੁਇਡ ਟੂ ਸੋਲਿਡ ਬਣਨਾ ਇਟ ਇਜ਼ ਕਾਲਡ ਸੋਲਿਡੀਫਿਕੇਸ਼ਨ। ਇਹ ਨੇਮ ਤੁਸੀਂ ਯਾਦ ਕਰਨੇ ਹਨ। ਹੁਣ ਆਪਾਂ ਪਹਿਲਾਂ ਵਾਲੀ ਥਾਂ 'ਤੇ ਚੱਲਦੇ ਹਾਂ ਬੇਟੇ ਫਿਰ। ਸੋ ਚੇਂਜ ਆਫ ਸੋਲਿਡ ਸਟੇਟ ਇਨਟੂ ਲਿਕੁਇਡ ਸਟੇਟ ਇਜ਼ ਆਲਸੋ ਨੋਨ ਐਜ਼ fusion। this process is called fusion। ਇੱਕ ਪੁਆਇੰਟ ਹੋਰ ਇੱਥੇ ਇੰਪੋਰਟੈਂਟ ਹੈ, when the solid melts its temperature remains the same, so where does the heat energy go। ਜਦੋਂ ਇੱਕ ਸੋਲਿਡ ਮਿਲਟ ਹੁੰਦਾ ਹੈ, ਇੱਕ ਅਸੀਂ ਬਰਫ਼ ਪਾ ਲਈ ਬੀਕਰ ਦੇ ਵਿੱਚ ਅਤੇ ਉਸ ਨੂੰ ਅਸੀਂ ਗਰਮ ਕਰ ਰਹੇ ਹਾਂ। ਜਿੰਨੀ ਦੇਰ ਬਰਫ਼ ਹੈ ਜਿਹੜੀ ਉਹ ਪਿਘਲਦੀ ਹੈ, ਓਨੀ ਦੇਰ ਅਸੀਂ ਉਸ ਦੇ ਵਿੱਚ ਜਦੋਂ ਇੱਕ ਥਰਮਾਮੀਟਰ ਪੁੱਟ ਕਰਾਂਗੇ ਤਾਂ ਟੈਂਪਰੇਚਰ ਦੇ ਵਿੱਚ ਚੇਂਜ ਨਹੀਂ ਆਊਗੀ। ਕਿੰਨੀ ਦੇਰ? ਜਿੰਨੀ ਦੇਰ ਬਰਫ਼ ਦੇ ਪੀਸ ਪਏ ਹਨ ਉਹ ਲਿਕੁਇਡ ਨਹੀਂ ਬਣਦੇ ਤਾਂ ਟੈਂਪਰੇਚਰ ਸੇਮ ਰਹੇਗਾ, ਪਰ ਹੀਟ ਹੈ ਜਿਹੜੀ ਉਹ ਬਰਫ਼ ਦੇ ਪੀਸ ਅਬਜ਼ੋਰਬ ਕਰ ਰਹੇ ਨੇ, ਅਤੇ ਟੈਂਪਰੇਚਰ ਆ ਜਿਹੜਾ ਉਹ ਸੇਮ ਰਹਿੰਦਾ। ਇਹ ਕਹਿ ਲਓ 2 ਮਿੰਟ ਜਾਂ 1.5 ਮਿੰਟ 2 ਮਿੰਟ ਬਰਫ਼ ਪਾ ਲਈ ਬੀਕਰ 'ਚ ਅਤੇ ਉਸ ਨੂੰ ਹੀਟ ਕਰ ਰਹੇ ਹਾਂ। ਕੁਐਸਚਨ ਇਹ ਹੈ ਕਿ ਉਹ ਹੀਟ ਕਿੱਥੇ ਜਾਂਦੀ ਹੈ? ਜਦੋਂ ਟੈਂਪਰੇਚਰ ਹੀ ਨਹੀਂ ਇਨਕਰੀਜ਼ ਹੋ ਰਿਹਾ ਤਾਂ ਉਹ ਹੀਟ ਕਿੱਥੇ ਜਾਂਦੀ ਹੈ? ਬਹੁਤ ਇੰਪੋਰਟੈਂਟ ਚੀਜ਼ ਹੈ ਬੇਟੇ, ਧਿਆਨ ਨਾਲ ਸਮਝਣੀ ਹੈ। ਵੈਨ ਏ ਸੋਲਿਡ ਮਿਲਟਸ, ਜਦੋਂ ਇੱਕ ਸੋਲਿਡ ਮਿਲਟ ਕਰਦਾ, ਦੀ ਟੈਂਪਰੇਚਰ ਰਿਮੇਨਸ ਦੀ ਸੇਮ, ਟੈਂਪਰੇਚਰ ਸੇਮ ਰਹਿੰਦਾ ਹੈ। ਵੇਅਰ ਡਜ਼ ਦੀ ਹੀਟ ਐਨਰਜੀ ਗੋ,
ਜਦੋਂ ਟੈਂਪਰੇਚਰ ਹੀ ਨਹੀਂ ਵਧਿਆ, ਥੱਲੇ ਅੱਗ ਬਲ ਰਹੀ ਹੈ, ਟੈਂਪਰੇਚਰ ਨਹੀਂ ਵਧਿਆ, ਥਰਮਾਮੀਟਰ ਸੇਮ ਰੀਡਿੰਗ ਦੇ ਰਿਹਾ ਹੈ, ਵੇਅਰ ਡਜ਼ ਦਾ ਹੀਟ ਐਨਰਜੀ ਗੋ, ਉਹ ਹੀਟ ਐਨਰਜੀ ਕਿੱਥੇ ਜਾਂਦੀ ਹੈ? ਉਹ ਹੀਟ ਐਨਰਜੀ ਕਿੱਥੇ ਜਾਂਦੀ ਹੈ? This heat gets used up in changing the state by overcoming the force of attraction between the particles. ਜਿਹੜੀ solid state ਹੈ ਬਰਫ਼ ਹੈ ਜਿਹੜੀ, ਉਸ ਦੇ ਪਾਰਟੀਕਲਸ ਦੇ ਵਿੱਚ ਫੋਰਸ ਆਫ ਅਟਰੈਕਸ਼ਨ ਜ਼ਿਆਦਾ ਹੈ ਕਿਉਂਕਿ ਉਹ ਸੋਲਿਡ ਹੈ। ਜਿਹੜੀ ਇਹ ਹੀਟ ਲੱਗਦੀ ਆ ਉਸ ਫੋਰਸ ਆਫ ਅਟਰੈਕਸ਼ਨ ਨੂੰ ਤੋੜਨ ਲਈ ਲੱਗਦੀ ਆ। ਜਦੋਂ ਟੁੱਟ ਜਾਂਦੀ ਹੈ ਅਤੇ ਫਿਰ ਜਿਹੜਾ ਟੈਂਪਰੇਚਰ ਆ ਉਹ ਆਟੋਮੈਟਿਕਲੀ ਵਧਣਾ ਸ਼ੁਰੂ ਹੋ ਜਾਂਦਾ ਹੈ। ਇਹ ਜਿਹੜੀ ਹੀਟ ਐਨਰਜੀ ਕਿੱਥੇ ਜਾਂਦੀ ਆ? ਇਟ ਇਜ਼ ਯੂਜ਼ਡ ਟੂ ਬ੍ਰੇਕ ਦਾ ਫੋਰਸ ਆਫ ਅਟਰੈਕਸ਼ਨ ਬਿਟਵੀਨ ਸੋਲਿਡ ਮੋਲੀਕਿਊਲਸ। ਸੋਲਿਡ ਮੋਲੀਕਿਊਲਸ ਦੇ ਵਿੱਚ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਉਸ ਨੂੰ ਤੋੜਨ ਦੇ ਵਿੱਚ ਇਹ ਐਨਰਜੀ ਜਿਹੜੀ ਲੱਗ ਜਾਂਦੀ ਹੈ। As the heat energy is absorbed by ice without showing any rise in temperature, ਇਹ ਜਿਹੜੀ ਸਾਰੀ ਦੀ ਸਾਰੀ એનર્ਜੀ ਆ ਆਈਸ ਨੇ ਐਬਜ਼ੋਰਬ ਕਰ ਲੈਣੀ ਆ ਅਤੇ ਇਸ ਹੀਟ ਨੂੰ ਉਨੀ ਹੀਟ ਜਿਹੜੀ ਐਬਜ਼ੋਰਬ ਹੋ ਗਈ, ਜਿਹੜੀ ਸਿਰਫ ਮੋਲੀਕਿਊਲਸ ਦੀ ਫੋਰਸ ਆਫ ਅਟਰੈਕਸ਼ਨ ਨੂੰ ਤੋੜਨ ਲਈ ਲੱਗ ਗਈ, ਇਸ ਨੂੰ ਕਹਿੰਦੇ ਹਨ ਲੇਟੈਂਟ ਹੀਟ। This is called latent heat. Latent heat ਕਿਹੜੀ ਹੀਟ ਆ? ਹਿਡਨ, ਜਿਹੜੀ ਦਿਖਾਈ ਨਹੀਂ ਦਿੰਦੀ ਜਾਂ ਜਿਹੜੀ ਰੀਡਿੰਗ ਦੇ ਵਿੱਚ ਨਹੀਂ ਆਉਂਦੀ ਥਰਮਾਮੀਟਰ ਦੇ, ਸਿਰਫ ਉਸ ਮੋਲੀਕਿਊਲਸ ਦੀ ਫੋਰਸ ਆਫ ਅਟਰੈਕਸ਼ਨ ਨੂੰ ਤੋੜਨ ਲਈ ਲੱਗ ਜਾਂਦੀ ਹੈ, ਉਸ ਨੂੰ ਕਹਿੰਦੇ ਹਨ ਲੇਟੈਂਟ ਹੀਟ। ਇਸ ਦੀ ਡੈਫੀਨੇਸ਼ਨ ਅਸੀਂ ਪੜ੍ਹ ਵੀ ਲੈਂਦੇ ਹਾਂ। The word latent means hidden. The amount of heat energy that is required to change 1 kilogram of solid into liquid at atmospheric pressure at melting point is known as latent heat of fusion. बड़ी इंपॉर्टेंट डेफिनेशन है latent heat of fusion की ਹੁੰਦੀ ਹੈ। ਉਹ ਹੀਟ ਐਨਰਜੀ ਦੈਟ ਇਜ਼ ਰਿਕੁਆਇਰਡ ਜਿਹੜੀ 1 ਕਿਲੋ ਸੋਲਿਡ ਨੂੰ ਲਿਕੁਇਡ ਬਣਾਉਣ ਦੇ ਵਿੱਚ ਲੱਗ ਜਾਂਦੀ ਹੈ। ਉਹ ਹੀਟ ਜਿਹੜੀ 1 ਕਿਲੋ ਬਰਫ਼ ਨੂੰ ਕਹਿ ਲਓ ਪਾਣੀ ਬਣਾਉਣ ਵਿੱਚ ਲੱਗ ਜਾਂਦੀ ਹੈ। ਜਿੰਨੀ ਦੇਰ ਬਰਫ਼ ਨੂੰ ਪਾਰਟੀਕਲਸ ਨੂੰ ਤੋੜਨ ਲਈ ਜਿਹੜੀ ਹੀਟ ਚਾਹੀਦੀ ਹੈ, ਹਿਡਨ ਹੀਟ, ਰੀਡਿੰਗ ਵਿੱਚ ਨਹੀਂ ਆਉਂਦੀ, ਉਸ ਨੂੰ ਕਿਹਾ ਜਾਂਦਾ ਹੈ ਲੇਟੈਂਟ ਹੀਟ ਆਫ ਫਿਊਜ਼ਨ। ਸੇਮ ਕੰਡੀਸ਼ਨ ਹੈ ਜਿਹੜੀ ਹੁਣ ਅੱਗੇ ਇਹ ਪੜ੍ਹਾਂਗੇ ਨਹੀਂ। ਜਦੋਂ ਇੱਕ ਲਿਕੁਇਡ, ਹੁਣ ਅਸੀਂ ਪਾਣੀ ਲੈ ਲਿਆ, ਪਾਣੀ ਦਾ ਟੈਂਪਰੇਚਰ ਵੀ ਕੁਝ ਦੇਰ ਜਦੋਂ ਗਰਮ ਕਰਾਂਗੇ ਸੇਮ ਰਹੇਗਾ, ਫਿਰ ਉਹ ਭਾਫ਼ ਬਣਨਾ ਸ਼ੁਰੂ ਹੋਵੇਗਾ, ਫਿਰ ਉਸ ਦਾ ਟੈਂਪਰੇਚਰ ਵਧਣਾ ਸ਼ੁਰੂ ਹੋਵੇਗਾ। ਉਹ ਕਿਹੜੀ ਹੀਟ ਆ? ਉਹ ਹੀਟ ਕਿਹੜੀ ਆ? ਜਿਹੜੀ ਲਿਕੁਇਡ ਦੇ ਪਾਰਟੀਕਲਸ ਦੀ ਫੋਰਸ ਆਫ ਅਟਰੈਕਸ਼ਨ ਨੂੰ ਤੋੜਨ ਵਿੱਚ ਲੱਗ ਗਈ, ਉਸ ਨੂੰ ਉਹ ਹੀਟ ਹੈਗੀ ਆ ਲੇਟੈਂਟ ਹੀਟ। ਕੁਛ ਦੇਰ ਪਾਣੀ ਦਾ ਟੈਂਪਰੇਚਰ ਉਹੀ ਰਹੂਗਾ, ਫਿਰ ਫੋਰਸ ਆਫ ਅਟਰੈਕਸ਼ਨ ਟੁੱਟ ਜੂਗੀ, ਪਾਰਟੀਕਲ ਦੇ ਵਿੱਚ ਸਪੇਸ ਵੱਧ ਜੂਗੀ ਅਤੇ ਉਹ ਗੈਸ ਬਣਨਾ ਸ਼ੁਰੂ ਹੋ ਜਾਏਗਾ। ਇਸ ਲਈ ਜਿਉਂ-ਜਿਉਂ ਟੈਂਪਰੇਚਰ ਇਨਕਰੀਜ਼ ਕਰਦੇ ਹਾਂ ਸੋਲਿਡ ਟੂ ਲਿਕੁਇਡ, ਲਿਕੁਇਡ ਟੂ ਗੈਸ ਬਣਦਾ ਸ਼ੁਰੂ ਹੋ ਜਾਂਦਾ ਹੈ। ਇੱਥੇ ਇੱਕ ਡੈਫੀਨੇਸ਼ਨ ਹੋਰ ਯਾਦ ਕਰਨੀ ਹੈ। ਦੀ ਟੈਂਪਰੇਚਰ ਐਟ ਵਿਚ ਏ ਲਿਕੁਇਡ ਸਟਾਰਟਸ ਬੋਇਲਿੰਗ ਐਟ ਐਟਮੋਸਫੀਅਰ ਪ੍ਰੈਸ਼ਰ ਇਜ਼ ਨੋਨ ਐਜ਼ ਬੋਇਲਿੰਗ ਪੁਆਇੰਟ। ਲਿਕੁਇਡ ਦਾ ਉਹ ਟੈਂਪਰੇਚਰ ਜਿੱਥੇ ਉਹ ਬੋਇਲ ਕਰਨਾ ਸ਼ੁਰੂ ਕਰ ਦੇਵੇ ਉਸ ਨੂੰ ਕਹਿੰਦੇ ਹਨ ਬੋਇਲਿੰਗ ਪੁਆਇੰਟ। ਬੋਇਲਿੰਗ ਪੁਆਇੰਟ। ਅਤੇ ਜਿਹੜੀ ਹੀਟ ਯੂਜ਼ ਕਰੀ ਆ ਉਸ ਹੀਟ ਦਾ ਨਾਂ ਕੀ ਹੈ? ਲੇਟੈਂਟ ਹੀਟ ਆਫ ਵੈਪਰਾਈਜੇਸ਼ਨ।
ਲੇਟੈਂਟ ਹੀਟ ਆਫ ਵੈਪਰਾਈਜੇਸ਼ਨ ਉਹ ਹੀਟ ਜਿਹੜੀ ਲਿਕੁਇਡ ਤੋਂ ਵੇਪਰ ਵਿੱਚ ਕਨਵਰਟ ਕਰਨ ਲਈ ਯੂਜ ਹੋ ਗਈ ਵਿਦਾਊਟ ਇਨਕਰੀਜ਼ ਇਨ ਟੈਂਪਰੇਚਰ, ਉਸ ਨੂੰ ਕਿਹਾ ਜਾਂਦਾ ਹੈ ਲੇਟੈਂਟ ਹੀਟ ਆਫ ਵੈਪਰਾਈਜੇਸ਼ਨ। ਇਸ ਲਈ ਇਹ ਤੁਸੀਂ ਸਮਝਣਾ ਹੈ, ਜਦੋਂ ਸੋਲਿਡ ਨੂੰ ਅਸੀਂ ਹੀਟ ਕਰਦੇ ਹਾਂ ਤਾਂ ਉਹ ਬਣ ਜਾਂਦਾ ਹੈ ਲਿਕੁਇਡ, ਜਦੋਂ ਲਿਕੁਇਡ ਨੂੰ ਹੀਟ ਕਰਦੇ ਹਾਂ ਤਾਂ ਉਹ ਬਣ ਜਾਂਦਾ ਹੈ ਗੈਸ। ਇਸ ਤੋਂ ਉਲਟ ਜਦੋਂ ਗੈਸ ਦੀ ਕੂਲਿੰਗ ਕਰਦੇ ਹਾਂ, ਗੈਸ ਨੂੰ ਠੰਡਾ ਕਰ ਦਿੰਦੇ ਹਾਂ ਤਾਂ ਉਹ ਕੀ ਬਣ ਜਾਂਦਾ ਹੈ ਲਿਕੁਇਡ, ਅਤੇ ਲਿਕੁਇਡ ਦੀ ਕੂਲਿੰਗ ਕਰਦੇ ਹਾਂ ਤਾਂ ਉਹ ਕੀ ਬਣ ਜਾਂਦਾ ਹੈ ਸੋਲਿਡ। ਸੋ states of matter can be changed into other state by changing the temperature। ਕੁਐਸਚਨ ਸੀ ਜਦੋਂ ਅਸੀਂ ਲੈਕਚਰ ਸ਼ੁਰੂ ਕੀਤਾ ਕੀ ਸਟੇਟਸ ਚੇਂਜ ਹੋ ਸਕਦੀਆਂ ਹਨ? ਯੈਸ, states of matter can be changed into other state, ਦੂਜੀ ਸਟੇਟ 'ਚ ਕਨਵਰਟ ਕਰ ਸਕਦੇ ਹਾਂ by changing temperature। ਜਿਵੇਂ ਹੀ ਸੋਲਿਡ ਨੂੰ ਹੀਟ ਕਰਾਂਗੇ ਲਿਕੁਇਡ ਬਣ ਜਾਏਗਾ, ਲਿਕੁਇਡ ਨੂੰ ਹੀਟ ਕਰਾਂਗੇ ਗੈਸਿਸ ਬਣ ਜਾਏਗਾ, ਗੈਸਿਸ ਨੂੰ ਕੂਲ ਕਰਾਂਗੇ ਲਿਕੁਇਡ, ਲਿਕੁਇਡ ਨੂੰ ਕੂਲ ਕਰਾਂਗੇ ਸੋਲਿਡ। ਨੈਕਸਟ ਸਟੈਪ ਵੀ ਥੋੜ੍ਹਾ ਕਰ ਲੈਣਾ ਹੈਗਾ ਵੀ ਇਫੈਕਟ ਆਫ ਚੇਂਜ ਆਫ ਪ੍ਰੈਸ਼ਰ। ਇਫੈਕਟ ਆਫ ਚੇਂਜ ਆਫ ਪ੍ਰੈਸ਼ਰ, ਪ੍ਰੈਸ਼ਰ ਦਾ ਕੀ ਇਫੈਕਟ ਹੈ? ਜੇਕਰ ਅਸੀਂ ਕਿਸੇ ਗੈਸਿਸ ਦੇ ਉੱਤੇ ਪ੍ਰੈਸ਼ਰ ਪਾ ਦਈਏ, ਗੈਸਿਸ ਕੀ ਨੇ ਆਪਾਂ ਪਹਿਲਾਂ ਪੜ੍ਹ ਚੁੱਕੇ ਹਾਂ, ਕੰਪਰੈਸੀਬਲ। ਗੈਸ ਨੂੰ ਕੰਪਰੈਸ ਕਰ ਦਈਏ ਅਤੇ ਕੂਲ ਕਰ ਦਈਏ ਤਾਂ ਉਹ ਜਲਦੀ ਲਿਕੁਇਡ ਬਣ ਜਾਵੇਗਾ। ਗੈਸ ਨੂੰ ਲਿਕੁਇਡ ਬਣਾਉਣ ਦਾ ਸੌਖਾ ਤਰੀਕਾ ਕੀ ਹੈ? ਬਾਏ ਕੂਲਿੰਗ ਅੰਡਰ ਪ੍ਰੈਸ਼ਰ। ਪਹਿਲਾਂ ਤਾਂ ਪ੍ਰੈਸ਼ਰ ਪਾ ਦਿਓ ਅਤੇ ਕੂਲ ਕਰ ਦਿਓ, ਫਿਰ ਜਲਦੀ ਜਿਹੜਾ ਪ੍ਰੋਸੈਸ ਹੋ ਜਾਏਗਾ। ਇਹ ਇਫੈਕਟ ਹੈ, ਇਫੈਕਟ ਆਫ ਚੇਂਜ ਆਫ ਪ੍ਰੈਸ਼ਰ। ਇਸੇ ਤਰ੍ਹਾਂ ਜਦੋਂ ਅਸੀਂ ਲਿਕੁਇਡ ਤੋਂ ਗੈਸ ਬਣਾਉਂਦੇ ਹਾਂ, ਪਾਣੀ ਨੂੰ ਉਬਾਲਦੇ ਹਾਂ, ਜਦੋਂ ਕੁੱਕਰ ਦੇ ਵਿੱਚ ਉਬਾਲ ਦਈਏ ਤਾਂ ਕੁੱਕਰ ਦੇ ਵਿੱਚ ਉਬਾਲ ਦਈਏ ਅਤੇ ਉੱਪਰ ਢੱਕਣ ਲੱਗੇ ਹੋਣ ਕਾਰਨ ਪ੍ਰੈਸ਼ਰ ਵਿੱਚ ਵੱਧ ਜਾਂਦਾ ਹੈ, ਹੀਟ ਐਸਕੇਪ ਨਹੀਂ ਹੁੰਦੀ ਅਤੇ ਪ੍ਰੋਸੈਸ ਹੈ ਜਿਹੜਾ ਜਲਦੀ ਹੋ ਜਾਂਦਾ ਹੈ। ਪ੍ਰੈਸ਼ਰ ਪਾਉਣ ਦੇ ਨਾਲ ਜਿਹੜਾ ਟਾਈਮ ਆ, ਜੇ ਉਹ ਲਿਕੁਇਡ ਤੋਂ ਗੈਸ ਬਣਾਉਣਾ ਉਹ ਵੀ ਘੱਟ ਜਾਂਦਾ ਹੈ, ਅਤੇ ਜੇ ਗੈਸ ਤੋਂ ਲਿਕੁਇਡ ਬਣਾਉਣਾ ਹੈ ਉਹ ਵੀ ਘੱਟ ਜਾਂਦਾ ਹੈ। ਇਹ ਪ੍ਰੈਸ਼ਰ ਦਾ ਇਫੈਕਟ ਹੈ। ਅਤੇ ਅੱਗੇ ਤੁਸੀਂ ਇਹ ਸਾਰੀਆਂ ਪ੍ਰੋਸੈਸਿਸ ਨੇ ਜਿਹੜੀਆਂ ਇਹ ਯਾਦ ਕਰਨੀਆਂ ਹਨ। ਸੋਲਿਡ ਤੋਂ ਲਿਕੁਇਡ ਬਣਨ ਨੂੰ ਕਹਿੰਦੇ ਆ ਫਿਊਜ਼ਨ, ਲਿਕੁਇਡ ਟੂ ਗੈਸ ਵੈਪਰਾਈਜੇਸ਼ਨ, ਗੈਸ ਟੂ ਸੋਲਿਡ ਸਬਲੀਮੇਸ਼ਨ, solid to gas is also called sublimation. The process of converting gas to liquid is called condensation, and the process of converting liquid to solid is called solidification. ਇੱਥੇ ਤੁਸੀਂ ਥੋੜ੍ਹਾ ਹੈਰਾਨ ਹੁੰਦੇ ਹੋਵੋਗੇ ਕਿ ਸੋਲਿਡ ਟੂ ਗੈਸ ਅਤੇ ਗੈਸ ਟੂ ਸੋਲਿਡ ਕਿਵੇਂ ਬਣ ਜਾਂਦਾ ਹੈ। ਕੁਛ ਇਸ ਤਰ੍ਹਾਂ ਦੇ ਮਟੀਰੀਅਲ ਹਨ, ਇੱਥੇ ਇੱਕ ਜਗ੍ਹਾ ਐਗਜ਼ਾਮਪਲ ਵੀ ਤੁਹਾਨੂੰ ਮਿਲ ਜਾਵੇਗੀ। ਯੈਸ ਇਟ ਇਜ਼ ਹੇਅਰ। The change of state directly from solid to gas without changing into liquid। ਸਿੱਧਾ solid ਤੋਂ ਗੈਸ ਬਣਨਾ, ਲਿਕੁਇਡ ਨਹੀਂ ਬਣਨਾ। ਜਨਰਲੀ ਕੀ ਹੁੰਦਾ ਹੈ, ਸੋਲਿਡ ਤੋਂ ਲਿਕੁਇਡ ਬਣਦਾ ਹੈ ਫਿਰ ਗੈਸ ਬਣਦਾ ਹੈ, ਬਟ ਸਮਟਾਈਮਸ ਚੇਂਜ ਆਫ ਸਟੇਟ ਡਾਇਰੈਕਟਲੀ from solid to gas without changing liquid state is called sublimation, or direct change of gas to solid without changing liquid reverse is called deposition। ਤੇ sublimation
ਡਾਇਰੈਕਟ ਸੋਲਿਡ ਟੂ ਗੈਸ। ਐਗਜ਼ਾਮਪਲ ਇੱਥੇ ਦਿੱਤੀ ਹੈ ਸਬਲੀਮੇਸ਼ਨ ਆਫ ਅਮੋਨੀਅਮ ਕਲੋਰਾਈਡ। ਅਮੋਨੀਅਮ ਕਲੋਰਾਈਡ ਇੱਕ ਐਸਾ ਮਟੀਰੀਅਲ ਹੈ ਜਿਸ ਨੂੰ ਥੋੜ੍ਹਾ ਹੀਟ ਕਰ ਦਈਏ ਤਾਂ ਉਹ ਲਿਕੁਇਡ 'ਚ ਨਹੀਂ ਡਾਇਰੈਕਟ ਗੈਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਇੱਥੇ ਵੀ ਬੇਟੇ ਦੀ ਐਗਜ਼ਾਮਪਲ ਆ, ਇਟ ਇਜ਼ ਕਾਲਡ ਕੌਮਫਰ ਔਰ ਅਮੋਨੀਅਮ ਕਲੋਰਾਈਡ। ਅਮੋਨੀਅਮ ਕਲੋਰਾਈਡ ਆ ਜਿਹੜਾ ਉਸ ਨੂੰ ਅਸੀਂ ਰੱਖ ਦਈਏ ਤਾਂ ਉਹ ਡਾਇਰੈਕਟ ਹੀ ਸੋਲਿਡ ਟੂ ਗੈਸ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸੋ ਇਸ ਦੀ ਰੀਡਿੰਗ ਲੈਣੀ ਹੈ ਬੇਟੇ, ਅਤੇ ਇਹ ਪ੍ਰੋਸੈਸਿਸ ਯਾਦ ਕਰਨੀਆਂ ਹਨ, ਇਹਨਾਂ ਦੀ ਨੇਮਿੰਗ ਯਾਦ ਕਰਨੀ ਹੈ। ਅਤੇ ਅੱਜ ਦਾ ਟੋਪਿਕ ਇੰਨਾ ਹੀ ਹੈ, ਅਤੇ ਨੈਕਸਟ ਲੈਕਚਰ ਦੇ ਵਿੱਚ ਫਿਰ ਜੋ ਚੈਪਟਰ ਅੱਗੇ ਰਹਿ ਗਿਆ ਉਸ ਨੂੰ ਐਕਸਪਲੇਨ ਕਰਕੇ ਨੈਕਸਟ ਚੈਪਟਰ ਸਟਾਰਟ ਕਰਾਂਗੇ। ਓਕੇ ਬੇਟੇ, ਇਸ ਨੂੰ ਲਰਨ ਕਰਨਾ ਹੈ, ਧਿਆਨ ਨਾਲ ਪੂਰੀ ਵੀਡੀਓ ਸੁਣਨੀ ਹੈ। ਹੈਵ ਏ ਨਾਈਸ ਡੇ, ਥੈਂਕ ਯੂ।